ਦੋਸਤੋ ਹਾਜ਼ਰ ਹਾਂ ਚੈਨਲ ਰਿਤੇਸ਼ ਲੱਖੀ ਅਨਪਲੱਗ ਤੇ ਇੱਕ ਸਨੈਪ ਰਿਪੋਰਟ ਲੈ ਕੇ। ਇਸ ਚੈਨਲ ਲਈ ਇੱਕ ਨਿਵੇਕਲਾ ਤੇ ਇੱਕ ਵੱਖਰਾ ਕਨਸੈਪਟ ਹੈ, ਇੱਕ ਮਾਈਕਰੋ ਰਿਪੋਰਟ ਜਿਸ ਨੂੰ ਕਿ ਦਿਨ ਦੇ ਵੱਖ-ਵੱਖ ਸਮਿਆਂ ਉੱਤੇ ਘਟ ਰਹੀਆਂ ਘਟਨਾਵਾਂ ਜਾਂ ਫਿਰ ਜਿਹੜੀਆਂ ਖਬਰਾਂ ਉੱਭਰ ਰਹੀਆਂ ਨੇ ਉਹਨਾਂ ਦੇ ਬੇਸ ਉੱਤੇ ਇੱਕ ਵਿਚਾਰ ਵਟਾਂਦਰੇ ਦੀ ਸ਼ਕਲ ਵਿੱਚ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦਾ ਰਹਾਂਗਾ। ਸੋ ਇਸੇ ਲੜੀ ਦੇ ਤਹਿਤ ਅੱਜ ਪਹਿਲੀ ਰਿਪੋਰਟ ਲੈ ਕੇ ਹਾਜ਼ਰ ਹੋਇਆ ਹਾਂ। ਵਰੁਣ ਗਾਂਧੀ ਨੇ ਇੱਕ ਟਵੀਟ ਕੀਤਾ ਹੈ। ਮੈਂਬਰ ਪਾਰਲੀਮੈਂਟ ਨੇ ਉੱਤਰ ਪ੍ਰਦੇਸ਼ ਦੇ ਵਰੁਣ ਗਾਂਧੀ, ਇਹਨਾਂ ਦਾ ਜ਼ਿਕਰ ਮੈਂ ਇੱਕ ਬੀਤੀ ਰਿਪੋਰਟ ਦੇ ਵਿੱਚ ਕੀਤਾ ਸੀ, ਜਿਸ ਵਿੱਚ ਕਿ ਜ਼ਿਕਰ ਦਾ ਸਬਬ ਸੀ ਸੁਬਰਾਮਣਿਅਮ ਸਵਾਮੀ, ਵਰੁਣ ਗਾਂਧੀ ਤੇ ਮੇਨਕਾ ਗਾਂਧੀ ਨੂੰ ਬੀਜੇਪੀ ਦੀ ਕਾਰਜਕਾਰਨੀ ਦੇ ਵਿੱਚ ਜਗ੍ਹਾ ਨਾ ਮਿਲਣਾ। ਉਸ ਦਾ ਕਾਰਨ ਸੀ ਵੀ ਲਖੀਮਪੁਰ ਖੀਰੀ ਤੋਂ ਲੈ ਕੇ ਕਿਸਾਨਾਂ ਦੇ ਮੁੱਦੇ ਤੱਕ ਇਹਨਾਂ ਸੰਸਦਾਂ, ਬੀਜੇਪੀ ਦੇ ਸੰਸਦਾਂ ਵੱਲੋਂ ਇੱਕ ਵੱਖਰਾ ਸੁਰ ਤੇ ਤੇਵਰ ਰੱਖਿਆ ਗਿਆ ਜੋ ਕਿ ਬੀਜੇਪੀ ਨੂੰ ਰਾਸ ਨਹੀਂ ਆਉਂਦਾ। ਸੋ ਸ਼ਾਇਦ ਇਹੀ ਕਾਰਨ ਸੀ ਵੀ ਇਹਨਾਂ ਨੂੰ ਵਰਕਿੰਗ ਕਮੇਟੀ ਦੇ ਵਿੱਚ ਜਾਂ ਨੈਸ਼ਨਲ ਕਮੇਟੀ ਦੇ ਵਿੱਚ ਥਾਂ, ਨੈਸ਼ਨਲ ਐਗਜ਼ੈਕਟਿਵ ਕਮੇਟੀ ਦੇ ਵਿੱਚ ਥਾਂ ਨਹੀਂ ਸੀ ਮਿਲੀ। ਲੇਕਿਨ ਅੱਜ ਮੈਂ ਵਰੁਣ ਗਾਂਧੀ ਦੇ ਇੱਕ ਟਵੀਟ ਨੂੰ ਤੁਹਾਡੀ ਨਜ਼ਰ ਕਰਾਂਗਾ ਜਿਸ ਵਿੱਚ ਕਿ ਉਹਨਾਂ ਨੇ ਇੱਕ ਵੀਡੀਓ ਨੂੰ ਨਸ਼ਰ ਕੀਤਾ ਹੈ। ਇਹ ਉੱਤਰ ਪ੍ਰਦੇਸ਼ ਦੇ ਕਿਸਾਨ ਸੁਬੋਧ ਕੁਮਾਰ ਦਾ ਵੀਡੀਓ ਹੈ। ਸਭ ਤੋਂ ਪਹਿਲਾਂ ਤੁਸੀਂ ਇਸ 30-32 ਸੈਕਿੰਡ ਦੇ ਵੀਡੀਓ ਨੂੰ ਵੇਖ ਲਓ, ਜਿਸ ਤੋਂ ਬਾਅਦ ਆਪਾਂ ਇਸ ਰਿਪੋਰਟ ਨੂੰ ਅੱਗੇ ਤੋਰਾਂਗੇ। ਤੁਸੀਂ ਵੇਖਿਆ ਵੀ ਕਿਸ ਤਰੀਕੇ ਨਾਲ ਸੁਬੋਧ ਕੁਮਾਰ ਯੂਪੀ ਦਾ ਕਿਸਾਨ ਵਰੁਣ ਗਾਂਧੀ ਆਪਣੇ ਟਵੀਟ ਵਿੱਚ ਉਸ ਦੇ ਬਾਰੇ ਦੱਸ ਰਹੇ ਨੇ। ਉਸ ਵੀਡੀਓ ਨੂੰ ਦਿਖਾ ਕੇ ਉਹਨਾਂ ਨੇ ਦੱਸਿਆ ਵੀ 15 ਦਿਨਾਂ ਤੋਂ ਇਹ ਕਿਸਾਨ ਧੱਕੇ ਖਾ ਰਿਹਾ ਸੀ, ਆਪਣੇ ਝੋਨੇ ਦੀ ਫਸਲ ਨੂੰ ਲੈ ਕੇ ਰੁਲਦਾ ਪਿਆ ਸੀ। ਜਦੋਂ ਇਸ ਦੀ ਫਸਲ ਨੂੰ ਸਹੀ ਮੁੱਲ ਤੇ ਖਰੀਦਿਆ ਨਹੀਂ ਜਾ ਸਕਿਆ ਤਾਂ ਇਸ ਨੇ ਦੁਖੀ ਹੋ ਕੇ, ਹਤਾਸ਼ ਹੋ ਕੇ ਆਪਣੇ ਝੋਨੇ ਦੀ ਫਸਲ ਨੂੰ ਅੱਗ ਲਾਤੀ ਮੰਡੀ ਦੇ ਵਿੱਚ। ਤਸਵੀਰਾਂ, ਵੀਡੀਓ ਤੁਸੀਂ ਵੇਖਿਆ। ਵਰੁਣ ਗਾਂਧੀ ਇਹ ਵੀ ਲਿਖਦੇ ਨੇ ਕਿ ਇਹ ਵਿਵਸਥਾ ਦੀ ਹੀ ਕਮੀ ਹੈ, ਵਿਵਸਥਾ ਦਾ ਹੀ ਨੁਕਸ ਹੈ ਤੇ ਇਸ ਵਕਤ ਦੇਸ਼ ਦੇ ਵਿੱਚ ਸਭ ਤੋਂ ਵੱਡੀ ਲੋੜ ਖੇਤੀਬਾੜੀ ਨਾਲ ਜੁੜੀ ਹੋਈ ਵਿਵਸਥਾ ਉੱਤੇ ਮੁੜ ਵਿਚਾਰ ਦੀ ਹੈ। ਇੱਕ ਬਹੁਤ ਹੀ ਮੈਂ ਤਾਂ ਕਹਾਂਗਾ ਵਡਮੁੱਲਾ ਵਿਚਾਰ ਹੈ। ਵਰੁਣ ਗਾਂਧੀ ਬਤੌਰ ਇੱਕ ਮੈਂਬਰ ਪਾਰਲੀਮੈਂਟ ਅੱਜ ਤੋਂ ਤਕਰੀਬਨ 2.5-3 ਸਾਲ ਪਹਿਲਾਂ ਉਹਨਾਂ ਵੱਲੋਂ ਇੱਕ ਕਿਤਾਬ ਲਿਖੀ ਜਾਂਦੀ ਹੈ ਜੋ ਕਿ ਛੋਟੇ ਕਿਸਾਨ, ਮਾਰਜਨਲ ਕਿਸਾਨ ਦੀ ਦੁਰਦਸ਼ਾ ਉੱਤੇ ਆਧਾਰਿਤ ਹੁੰਦੀ ਹੈ। ਇਸ ਦਾ ਨਾਂ ਸੀ ਰੂਰਲ ਮੈਨੀਫੈਸਟੋ। ਵਰੁਣ ਗਾਂਧੀ ਨੇ ਇਹ ਕਿਤਾਬ ਉਹਨਾਂ ਮਾਰਜਨਲ ਕਿਸਾਨਾਂ ਦੇ ਉਸ ਆਰਥਿਕ ਤੇ ਸਮਾਜਿਕ ਦਬਾਅ ਤੇ ਤਣਾਅ ਤੋਂ ਉਹਨਾਂ ਨੂੰ ਕਿਵੇਂ ਕੱਢਿਆ ਜਾ ਸਕੇ, ਇਸ ਨੂੰ ਧਿਆਨ ਵਿੱਚ ਰੱਖ ਕੇ ਇੱਕ ਰੋਡ ਮੈਪ ਪ੍ਰਦਾਨ ਕਰਦਿਆਂ ਹੋਇਆ ਲਿਖੀ ਸੀ। ਕਿਤਾਬ ਲਿਖ ਗਈ, ਉਸ ਦਾ ਵਿਮੋਚਨ ਹੋ ਗਿਆ, ਲੇਕਿਨ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਸ ਦੇ ਵਿੱਚ ਜਿਹੜੀ ਹੁਕਮਰਾਨ ਆਗੂ ਜਾਂ ਮਿਨਿਸਟਰ ਬੈਠੇ ਨੇ, ਉਹਨਾਂ ਨੇ ਕਦੇ ਇਸ ਚੀਜ਼ ਨੂੰ, ਇਸ ਸੰਭਾਵਨਾ ਨੂੰ ਨਹੀਂ ਤਲਾਸ਼ਣ ਦੀ ਕੋਸ਼ਿਸ਼ ਕੀਤੀ ਵੀ ਅਜਿਹੇ ਸੰਸਦਾਂ ਜਾਂ ਮੈਂਬਰ ਪਾਰਲੀਮੈਂਟਸ ਜਿਨ੍ਹਾਂ ਦੀ ਕਿਸਾਨਾਂ ਦੇ ਪ੍ਰਤੀ ਸਮਝ ਵੀ ਹੈ, ਸੋਚ ਵੀ ਹੈ ਤੇ ਉਹਨਾਂ ਦੇ ਮੁੱਦਿਆਂ ਨੂੰ ਲੈ ਕੇ ਇੱਕ ਰਾਏ ਵੀ ਹੈ, ਕੰਸੀਡਰਡ ਓਪੀਨੀਅਨ ਵੀ ਹੈ, ਇਸ ਤਰੀਕੇ ਦੀ ਡੂੰਘੀ ਰਿਸਰਚ ਹੈ ਜਿਸ ਦੇ ਬੇਸ ਉੱਤੇ ਇੱਕ ਕਿਤਾਬ ਲਿਖ ਸਕਦੇ ਨੇ। ਕੀ ਕਾਰਨ ਹੈ ਵੀ ਅਜਿਹੇ ਐਮਪੀਜ਼ ਨੂੰ ਨਾ ਤਾਂ ਕਿਸੇ ਮਿਨਿਸਟਰੀ ਦੇ ਵਿੱਚ, ਵਜ਼ਾਰਤ ਦੇ ਵਿੱਚ ਥਾਂ ਮਿਲਦੀ ਹੈ, ਨਾ ਹੀ ਉਹਨਾਂ ਕਮੇਟੀਆਂ ਦਾ ਹਿੱਸਾ ਬਣਾਇਆ ਜਾਂਦਾ ਹੈ, ਕਿਸੇ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਹੈ। ਤੇ ਫਿਰ ਜਿਹੜੀਆਂ ਕਮੇਟੀਆਂ ਜਾਂ ਜਿਹੜੀ ਮਿਨਿਸਟਰੀਅਲ ਕਮੇਟੀ ਕਹਿ ਲਈਏ ਜਾਂ ਉਹਨਾਂ ਦੇ ਹੋਰ ਐਮਪੀਜ਼ ਕਿਸਾਨਾਂ ਦੀ ਵੱਖ-ਵੱਖ ਜਥੇਬੰਦੀਆਂ ਦੇ ਨਾਲ ਅਲੱਗ-ਅਲੱਗ 10 ਪੜਾਅ ਦੇ ਵਿੱਚ ਗੱਲਬਾਤ ਕਰਦੇ ਰਹੇ, ਉਹਨਾਂ ਕਮੇਟੀਆਂ ਦੇ ਵਿੱਚ ਵੀ ਇਸ ਕਿਸਮ ਦੇ ਐਮਪੀਜ਼ ਨੂੰ ਕਿਉਂ ਸ਼ਾਮਲ ਨਹੀਂ ਕੀਤਾ ਜਾਂਦਾ, ਸਮਝ ਤੋਂ ਬਾਹਰ ਹੈ। ਲੇਕਿਨ ਵੱਡੀ ਗੱਲ ਇਹ ਹੈ ਵੀ ਆਪਾਂ ਇਹ ਸਮਝ ਲਈਏ ਵੀ ਉਹ ਲੋਕ ਜੋ ਕਿ ਕਿਸਾਨਾਂ ਦੀ ਮਜਬੂਰੀਆਂ ਨੂੰ, ਉਹਨਾਂ ਦੀ ਦਿੱਕਤਾਂ ਨੂੰ ਸਮਝਦੇ ਨੇ, ਉਹਨਾਂ ਲਈ ਕੋਈ ਥਾਂ ਸਾਡੇ ਸਿਸਟਮ ਦੇ ਵਿੱਚ ਹੀ ਨਹੀਂ ਹੈ। ਤਾਂ ਹੀ ਉਸ ਸਿਸਟਮ ਨੂੰ ਵਰੁਣ ਗਾਂਧੀ ਭੰਡਦੇ ਹੋਏ ਨਜ਼ਰ ਆ ਰਹੇ ਨੇ। ਆਪਣੀ ਕਿਤਾਬ ਦੇ ਵਿੱਚ ਵੀ ਉਹਨਾਂ ਨੇ ਬਹੁਤ ਹੀ ਕੰਕਰੀਟ ਗੱਲਾਂ ਬਾਤਾਂ, ਕਿਉਂਕਿ ਮੈਂ ਕੁਝ ਉਸ ਦਾ ਜਿਹੜਾ ਪ੍ਰੀਫੇਸ ਹੈ, ਸਿਰਲੇਖ ਹੈ, ਉਸ ਨੂੰ ਪੜ੍ਹਿਆ ਹੈ, ਮੈਨੂੰ ਸਮਝ ਵਿੱਚ ਇਹ ਆਇਆ ਵੀ ਉਸ ਗੱਲ ਦੇ, ਉਸ ਕਿਤਾਬ ਦੇ ਵਿੱਚ ਕੁਝ ਚੰਗੀਆਂ ਗੱਲਾਂ ਬਾਤਾਂ ਜ਼ਰੂਰ ਰਹੀਆਂ ਹੋਣਗੀਆਂ। ਲੇਕਿਨ ਅੱਜ ਜਿਹੜਾ ਵੀਡੀਓ ਉਹਨਾਂ ਨੇ ਸਾਂਝਾ ਕੀਤਾ ਹੈ, ਇਹ ਉਸੇ ਮਾਰਜਨਲ ਤੇ ਇੱਕ ਛੋਟੇ ਕਿਸਾਨ ਦੀ ਉਸ ਤਰਾਸਦੀ ਨੂੰ ਬਿਆਨ ਕਰਦਾ ਹੈ ਜੋ ਕਿ ਉਹਨਾਂ ਸੂਬਿਆਂ, ਯੂਪੀ ਤੇ ਬਿਹਾਰ ਵਰਗੇ ਸੂਬਿਆਂ ਜਿਨ੍ਹਾਂ ਦੇ ਵਿੱਚ ਕਿ ਸਰਕਾਰਾਂ ਜਾਂ ਫਿਰ ਸਰਕਾਰੀ ਖਰੀਦ ਏਜੰਸੀਆਂ ਕਣਕ ਜਾਂ ਝੋਨੇ ਵਰਗੀਆਂ ਫਸਲਾਂ ਦੀ ਖਰੀਦ ਪ੍ਰਕਿਰਿਆ ਦੇ ਵਿੱਚੋਂ ਆਪਣੇ ਪੈਰ ਵਾਪਸ ਖਿੱਚ ਚੁੱਕੀਆਂ ਨੇ, ਜਾਂ ਫਿਰ ਉਹ ਇਹਨਾਂ ਸੂਬਿਆਂ ਦੇ ਵਿੱਚ ਨਾ ਤਾਂ ਖਰੀਦ ਦੀ ਗਾਰੰਟੀ ਹੈ ਤੇ MSP ਗਾਰੰਟੀ ਤਾਂ ਦੂਰ ਦੀ ਹੀ ਗੱਲਬਾਤ ਰਹਿ ਗਈ। ਕੇਂਦਰ ਸਰਕਾਰ, ਉਸ ਦੇ ਵਜ਼ੀਰ, ਬੀਜੇਪੀ ਦਾ ਥਿੰਕ ਟੈਂਕ ਤੇ ਉਸ ਦੀ ਟਰੋਲ ਆਰਮੀਆਂ ਬੀਤੇ 11 ਮਹੀਨਿਆਂ ਤੋਂ ਜੋ ਪੂਰੇ ਦੇਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਕੋਸ਼ਿਸ਼ ਇਸ ਵੀਡੀਓ ਦੇ ਵਿੱਚ ਉਸ ਦੀ ਪੂਰੀ ਅਸਲ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੈ। ਕਿਸਾਨ ਦੀ ਜੋ ਦੁਰਦਸ਼ਾ ਉਹਨਾਂ ਸੂਬਿਆਂ ਵਿੱਚ ਹੈ ਜਿੱਥੇ ਕਿ MSP ਦੀ ਜਾਂ ਖਰੀਦ ਦੀ ਗਾਰੰਟੀ ਨਹੀਂ, ਜਿੱਥੇ ਸਰਕਾਰਾਂ ਬਾਜ਼ਾਰੂ ਤਾਕਤਾਂ ਜਾਂ ਮਾਰਕੀਟ ਫੋਰਸਿਸ ਦੇ ਸਾਹਮਣੇ ਕਿਸਾਨਾਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਨੇ, ਉੱਥੇ ਫਿਰ ਕਿਸਾਨ ਆਪਣੀਆਂ
ਫਸਲਾਂ ਨੂੰ ਅੱਗ ਨਾ ਲਾਏ ਤਾਂ ਫਿਰ ਕੀ ਕਰੇ, ਜਦੋਂ ਉਸ ਲਈ ਉਸ ਦੀ ਜਿਣਸ ਦੀ ਖਰੀਦ ਹੀ ਨਹੀਂ ਹੋਣੀ ਹੈ, ਉਸ ਨੂੰ ਉਸਦਾ ਮੁੱਲ ਹੀ ਨਹੀਂ ਮਿਲਣਾ। ਸੋ ਇਹੀ ਉਹ ਤਸਵੀਰ ਹੈ। ਤੇ ਜੇ ਮੈਂ ਇਹਨਾਂ ਕਿਸਾਨਾਂ, ਸੁਬੋਧ ਕੁਮਾਰ ਵਰਗੇ ਕਿਸਾਨ, ਜੇ ਉਹ ਅੱਗ ਨਹੀਂ ਲਾਉਂਦੇ ਤਾਂ ਕੁਝ ਕਿਸਾਨ ਉਹਨਾਂ ਸਮਗਲਰਾਂ ਦੇ ਨਾਲ ਜਾਂ ਉਹਨਾਂ ਵਪਾਰੀਆਂ ਦੇ ਨਾਲ ਰਲ ਕੇ ਇਹਨਾਂ ਫਸਲਾਂ ਨੂੰ, ਜਿਨ੍ਹਾਂ ਦੀ ਮੁੱਲ ਯੂਪੀ, ਬਿਹਾਰ ਜਾਂ ਹੋਰ ਸੂਬਿਆਂ ਤੱਕ ਨਹੀਂ ਮਿਲ ਰਹੇ ਹੁੰਦੇ, ਉਹਨਾਂ ਫਸਲਾਂ ਨੂੰ, ਜਿਣਸਾਂ ਨੂੰ ਸੈਂਕੜਾਂ ਹਜ਼ਾਰਾਂ ਟਨਾਂ ਦੇ ਹਿਸਾਬ ਨਾਲ ਪੰਜਾਬ ਅਤੇ ਹਰਿਆਣੇ ਵਰਗੇ ਸੂਬਿਆਂ ਵਿੱਚ ਸਮਗਲ ਕਰਕੇ ਭੇਜਦੇ ਨੇ। ਇਸ ਦਾ ਵੀ ਆંકੜਾ ਤੁਹਾਡੀ ਨਜ਼ਰਕਾਰੀ ਦਿੰਦਾ ਵੀ ਤਕਰੀਬਨ 7200 ਕੁਇੰਟਲ ਜਿਹੜੀ ਝੋਨਾ ਹੈ ਉਹ ਹੋਰ ਸੂਬਿਆਂ ਤੋਂ ਸਮਗਲ ਹੁੰਦਾ ਹੋਇਆ ਬੀਤੇ ਹਫ਼ਤੇ ਪੰਜਾਬ ਸਰਕਾਰ, ਪੰਜਾਬ ਪੁਲਿਸ ਨੇ ਅਲੱਗ-ਅਲੱਗ ਛਾਪੇਮਾਰੀ ਦੇ ਦੌਰਾਨ ਫੜਿਆ। 7 ਜਿਹੜੇ ਟਰੱਕ ਸੀ ਉਹ ਫੜੇ ਗਏ, 8 ਬੰਦੇ ਗ੍ਰਿਫਤਾਰ ਹੋਏ। ਇਹ ਤਾਂ ਉਹ ਝੋਨਾ ਸੀ, ਉਹ ਖੇਪ ਸੀ, ਉਹ ਟਰੱਕ ਸੀ ਜਿਹੜੇ ਫੜੇ ਗਏ। ਪੁਲਿਸ ਦੀ ਅੱਖਾਂ ਤੋਂ ਓਹਲੇ ਹੋ ਕੇ ਜਾਂ ਫਿਰ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਜਾਂ ਫਿਰ ਵੱਡੇ ਜਿਹੜੇ ਇੱਕ ਪੂਰਾ ਮਾਫੀਆ ਹੈਂਡਲ ਕਰਦੇ ਨੇ, ਆਪਰੇਟ ਕਰਦੇ ਨੇ, ਉਹਨਾਂ ਨੂੰ ਰਿਸ਼ਵਤਾਂ ਦੇ ਕੇ ਕਿੰਨੇ ਹਜ਼ਾਰਾਂ ਜਿਹੜੇ ਕੁਇੰਟਲ ਮਾਲ ਹੈ ਜਾਂ ਝੋਨਾ ਹੈ ਉਹ ਪੰਜਾਬ ਦੀ ਮੰਡੀਆਂ ਵਿੱਚ ਆ ਕੇ ਵਿਕਦਾ ਹੈ ਜਾਂ ਵਿਕ ਚੁੱਕਾ ਹੁੰਦਾ ਹੈ। ਇਸ ਦਾ ਕੋਈ ਹਿਸਾਬ ਕਿਤਾਬ ਸਾਡੇ ਤੁਹਾਡੇ ਕੋਲ ਨਹੀਂ ਹੈ, ਲੇਕਿਨ ਇਹ ਫੈਕਟ ਹੈ, ਇੱਕ ਟ੍ਰੈਂਡ ਹੈ ਵੀ ਬੀਤੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਕਿਉਂਕਿ ਇਹ ਸੂਬਿਆਂ ਦੀ ਹਾਲਤ ਐਡੀ ਖਰਾਬ ਹੈ। ਇਹਨਾਂ ਦੇ ਕਿਸਾਨ ਜੇ ਪੰਜਾਬ ਜਾਂ ਹਰਿਆਣੇ ਵਰਗੇ ਰਾਜਾਂ ਨੂੰ ਆਪਣਾ ਝੋਨਾ ਨਹੀਂ ਭੇਜਦੇ ਤਾਂ ਉਹ ਫਿਰ ਸਾੜ ਹੀ ਸਕਦੇ ਨੇ, ਉਹਨਾਂ ਕੋਲ ਆਪਸ਼ਨ ਹੀ ਇਹ ਬਚਦੀ ਹੈ। ਅਦਰਵਾਈਜ਼ ਉਹ ਜਿਸ ਮੁੱਲ ਤੇ ਉਹਨਾਂ ਤੋਂ ਖਰੀਦ ਕੀਤੀ ਜਾਂਦੀ ਹੈ ਇਸ ਝੋਨੇ ਦੀ, ਕਿਉਂਕਿ ਇਹਦੇ ਵਿੱਚ ਸਮਗਲਰ ਤੇ ਮਾਫੀਆ ਲੌਬੀ ਸ਼ਾਮਲ ਹੈ, ਉਹਨਾਂ ਤੋਂ ਸਸਤੇ ਭਾਅ ਤੇ ਖਰੀਦ ਕੇ ਇਹ ਚੀਜ਼ ਨੂੰ ਸਮਗਲ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਭੇਜ ਦੇਣਾ, ਇੱਥੋਂ ਦੀ ਸਥਾਨਕ ਜਿਹੜੀ ਅਥਾਰਟੀਜ਼ ਦੀ ਮਿਲੀ ਭੁਗਤ ਦੇ ਨਾਲ। ਇੱਕ ਵੈਲ ਆਇਲਡ ਸਿਸਟਮ ਹੈ, ਗੋਰਖ ਧੰਦਾ ਹੈ, ਜੋ ਕਿ ਕਈ ਸਾਲਾਂ ਤੋਂ ਚੱਲ ਰਿਹਾ ਤੇ ਇਸ ਦੇ ਵਿੱਚ ਬੜੇ ਵੱਡੇ ਹਾਈਅਰਸ ਤੇ ਮਗਰਮੱਛ ਇਨਵੋਲਵਡ ਨੇ। ਉਹਨਾਂ ਉੱਤੇ ਵੀ ਕੁਝ ਖੁਲਾਸੇ ਕੁਝ ਪਬਲਿਕ ਡੋਮੇਨ ਦੇ ਵਿੱਚ ਹੋਏ ਨੇ, ਕਦੇ ਸਬਬ ਬਣਿਆ, ਅਲੱਗ ਰਿਪੋਰਟ ਪੇਸ਼ ਕਰਾਂਗੇ। ਸੋ ਵਰੁਣ ਗਾਂਧੀ ਦੇ ਇਸ ਟਵੀਟ ਤੇ ਇਸ ਵੀਡੀਓ ਤੋਂ ਉੱਭਰਦੀ ਹੈ ਉਹ ਲਾਰਜਰ ਪਿਕਚਰ, ਜਿਸ ਦਾ ਡਰ, ਜਿਸ ਦਾ ਖਦਸ਼ਾ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਨੂੰ ਹੈ, ਜੋ ਕਿ 11 ਮਹੀਨੇ ਤੋਂ ਇੱਕ ਜ਼ਿੱਦ ਦੇ ਚੱਲਦਿਆਂ ਉੱਥੇ ਨਹੀਂ ਬੈਠਿਆ ਜਾਂ ਕਹਿ ਲਈਏ ਵੀ ਕੇਂਦਰ ਸਰਕਾਰ ਦੀ ਹੈਂਕੜੀ ਭੰਨਣ ਲਈ ਨਹੀਂ ਉੱਥੇ ਬੈਠਿਆ, ਬਲਕਿ ਉਹ ਇਸ ਤਸਵੀਰ, ਇਸ ਵੀਡੀਓ ਦੇ ਵਿੱਚ ਜੋ ਤਰਾਸਦੀ ਸੁਬੋਧ ਕੁਮਾਰ ਦੇ ਨਾਲ ਹੋਈ ਹੈ, ਨਾ ਜਾਣੇ ਕਿੰਨੇ ਹਜ਼ਾਰਾਂ ਹੋਰ ਕਿਸਾਨਾਂ ਦੇ ਨਾਲ ਇਹ ਕੁਝ ਹੋ ਰਿਹਾ ਹੈ। ਸਾਰੇ ਕਿਸਾਨ ਆਪਣੀ ਫਸਲਾਂ ਨੂੰ ਸਾੜਦੇ ਨਹੀਂ ਹੈ। ਇਸ ਦੀਆਂ ਤਸਵੀਰਾਂ ਜਾਂ ਵੀਡੀਓਜ਼ ਜ਼ਰੂਰੀ ਨਹੀਂ ਕਿ ਮੇਰੇ ਤੁਹਾਡੇ ਤੱਕ ਪਹੁੰਚ ਸਕਣ, ਲੇਕਿਨ ਫੈਕਟ ਇਹੀ ਹੈ ਵੀ ਹਜ਼ਾਰਾਂ ਲੱਖਾਂ ਕਿਸਾਨ ਜਿਹੜਾ ਹੈ ਉਸ ਰੂਰਲ ਫਾਰਮ ਡਿਸਟ੍ਰੈਸ ਦੇ ਹੇਠ ਹੈ, ਜਿਸ ਤੋਂ ਅਸੀਂ ਚਿੰਤਿਤ ਹਾਂ। ਤੇ ਤਾਂ ਹੀ ਕਰਕੇ ਕਿਸਾਨੀ ਦਾ ਇਹ ਸੰਘਰਸ਼ ਹੈ ਤੇ ਇਸ ਨੂੰ ਸਮਰਥਨ ਜਿਹੜਾ ਬਣਦਾ ਹੈ ਉਹ ਸਾਡੇ ਵੱਲੋਂ ਜਾਂ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਹੈ। ਜਿਹੜੇ ਲੋਕ ਨਹੀਂ ਇਸ ਚੀਜ਼ ਨੂੰ ਸਮਝ ਪਾ ਰਹੇ ਉਹ ਵੀਡੀਓ ਦੇਖ ਲੈਣ, ਉਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ, ਜੇ ਹਜੇ ਵੀ ਉਹਨਾਂ ਦੇ ਵਿੱਚ ਕੋਈ ਕਾਮਨ ਸੈਂਸ ਬਚੀ ਹੈ। ਸੋ ਬਹਿਰਹਾਲ ਇਸ ਸਨੈਪ ਰਿਪੋਰਟ ਦੇ ਵਿੱਚ ਇੰਨਾ ਹੀ, ਕਿਉਂਕਿ ਬਰੀਫ ਦੇ ਵਿੱਚ ਹੀ ਮੈਂ ਗੱਲਬਾਤ ਕਰਨੀ ਸੀ। ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਰਿਤੇਸ਼ ਲੱਖੀ ਅਨਪਲੱਗ ਨਾਲ ਜੁਟੇ ਰਹੋ ਤੇ ਅੱਜ ਦੇਰ ਸ਼ਾਮ ਰਿਪੋਰਟ ਹੋਏਗੀ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਪੱਕੀ ਹੋਈ ਹੈ ਇਸ ਵਕਤ ਅਰੂਸਾ ਆਲਮ ਦੇ ਉੱਤੇ। ਸਟੇ ਟਿਊਨਡ। ਬਹੁਤ ਧੰਨਵਾਦ।